आसा श्री कबीर जी। सास की दुखी ससुर की प्यारी, जेठ के नाम डरो रे। सखी सहेली नणद गहेली, देवर कै बिरहों जरो रे। मेरी मत बौरी मैं राम बिसारियो, किन बिद रहन रहो रे। सिजै रमत नैन नहीं पेखूं, ए दुख कास्यों कहो रे रहाओ। बाप सांभ का करै लड़ाई, माया सद मतवारी। बड़े भाई कै जब संग होती, तब हो नहा प्यारी। कहत कबीर पंच को चगरा, चगरत जन्म गवाया। झूठी माया सब जग बांधिया, मैं राम रमत सुख पाया। कहत कबीर पंच को चगरा, चगरत जन्म गवाया। झूठी माया सब जग बांधिया, मैं राम रमत सुख पाया। वाहिगुरु जी का खालसा, वाहिगुरु जी की फतेह। गुरु प्यारी साध संगत जीओ, अज दा बचन 482 अंग ते आसा राग विच भगत कबीर जी दा है। कबीर जी सानू इस शब्द विच ये दस रहे हैं कि सास की दुखी ससुर की प्यारी, जेठ के नाम डरों रे। कबीर जी की बाणी बोली बहुत गहराई नाल समझण वाली है। अखरां दे भावर्थ समझने पैने हन। कबीर साहब कह रहे ने सास की दुखी। हुण सास दुनियावी दुनिया दे विच रहिंदियां असीं लड़की जिहदे घर विआही जाती है, उहनूं सस, उहदी मां नूं, लड़के दी मां नूं सस किहा जांदा। इत्थे भावर्थ है मैं अपनी सस भाव माया। माया जिहड़ी सस है उसदी सताई हुई हाँ। जिहड़ी माया है, माया रूपी सस दी मैं सताई हुई हाँ। सास की दुखी ससुर की प्यारी, ते सहुरा जिहड़ा प्रभु है मैं उसदी लाडली हाँ, प्यारी हाँ। सहुरे नूं प्यार करदी हाँ, ते मैं सस जिहड़ी है ओहदी सताई हुई हाँ। जेठ के नाम डरों रे। जेठ हुंदा अपने पति दा वड्डा भरा। वो कौन है? मौत। मौत नाम तो पासों मैं डरदी हाँ, भै खांदी। मौत दे नां तो मैनूं डर लगदा है। ये मेरी अवस्था है, मेरी हालत है। सखी सहेली नणद गहेली, देवर कै बिरहों जरों रे। हुण ये सहेलियां कौन ने, साथना कौन ने? ये मेरे खसम दियां भैणां अज्ञानता
ਨੇ ਮੈਨੂੰ ਪਕੜ ਲਿਆ ਹੈ ਤੇ ਆਪਣੇ ਪਤੀ ਦੇ ਛੋਟੇ ਭਰਾ ਗਿਆਨ, ਛੋਟਾ ਭਰਾ ਕੌਣ? ਗਿਆਨ ਦੇਵਰ ਜਿਹੜਾ ਹੈ, ਉਹਦੇ ਗਿਆਨ ਦੇ ਵਿਛੋੜੇ ਤੋਂ ਮੈਂ ਸੜ ਬਲ ਰਹੀ ਹਾਂ। ਸਾਥਣਾ ਕੌਣ ਨੇ? ਸਖੀ ਸਹੇਲੀ ਨਣਦ ਗਹੇਲੀਏ ਕੌਣ ਨੇ? ਗਿਆਨ ਇੰਦਰੇ। ਇਹਨਾਂ ਦੀ ਅਗਿਆਨਤਾ ਤੋਂ ਮੈਨੂੰ ਇਹਨਾਂ ਨੇ ਗਿਆਨਤਾ ਨੇ ਪਕੜ ਰੱਖਿਆ ਹੈ। ਗਿਆਨ ਇੰਦਰੀਆਂ ਦੇ ਕਾਬੂ ਵਿੱਚ ਹਾਂ, ਭਾਵ ਇਹਨਾਂ ਦਾ ਪ੍ਰਭਾਵ ਹੈ ਮੇਰੇ ਤੇ ਜਿਹੜਾ ਗਿਆਨ ਹੈ ਛੋਟਾ ਭਰਾ, ਉਹਦੇ ਵਿਛੋੜੇ 'ਚ ਮੈਂ ਜ਼ਿੰਦਗੀ ਵਿੱਚ ਸੜ ਬਲ ਰਹੀ ਹਾਂ। ਕਬੀਰ ਜੀ ਕਹਿੰਦੇ, ਮੇਰੀ ਮਤ ਬੌਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਣ ਰਹੋ ਰੇ। ਮੇਰਾ ਮਨ ਕਮਲਾ ਹੋ ਗਿਆ ਹੈ, ਮੇਰੀ ਮਤ ਬੌਰੀ ਕਮਲੀ ਹੋ ਗਈ ਹੈ, ਮੇਰਾ ਮਨ ਜਿਹੜਾ ਹੈ ਕਮਲਾ ਹੋ ਗਿਆ ਹੈ। ਕਿਉਂ ਹੋ ਗਿਆ ਹੈ? ਮੈਂ ਰਾਮ ਵਿਸਾਰਿਓ, ਕਿਉਂਕਿ ਮੈਂ ਸਰਬ ਵਿਆਪਕ ਜਿਹੜਾ ਸੁਆਮੀ ਪਰਮਾਤਮਾ ਹੈ, ਮੈਂ ਉਸ ਨੂੰ ਭੁਲਾ ਦਿੱਤਾ ਹੈ। ਇਸ ਕਰਕੇ ਮੇਰੀ ਮਤ ਕਮਲੀ ਹੋ ਗਈ। ਮੈਂ ਕਿਸ ਤਰ੍ਹਾਂ ਪਵਿੱਤਰ ਜੀਵਨ ਰਹੁ ਰੀਤ ਬਸਰ ਬਿਤਾ ਸਕਦੀ ਹਾਂ? ਭਾਵ ਇਹਨਾਂ ਗਿਆਨ ਇੰਦਰੀਆਂ ਦੇ ਕਾਰਨ, ਇਹਨਾਂ ਦੇ ਪ੍ਰਭਾਵ ਦੇ ਕਾਰਨ ਮੈਂ ਕਮਲੀ ਹੋਈ ਪਈ ਹਾਂ ਤੇ ਹੁਣ ਮੈਂ ਜੀਵਨ ਬਸਰ ਕਰਨਾ ਬੜਾ ਔਖਾ ਹੈ, ਪਰਮਾਤਮਾ ਨੂੰ ਯਾਦ ਕਰਨਾ ਬੜਾ ਔਖਾ ਹੈ। ਸੇਜੈ ਰਮਤ ਨੈਣ ਨਹੀਂ ਪੇਖੋ, ਇਹ ਦੁੱਖ ਕਾਸਿਓ ਕਹੋ ਰੇ। ਹੁਣ ਕਬੀਰ ਕਹਿੰਦੇ, ਮੇਰਾ ਪਤੀ ਜਿਹੜਾ ਹੈ ਮੇਰੇ ਮਨ ਦੀ ਸੇਜਾ ਉੱਤੇ ਹੈ, ਵਿਰਾਜਮਾਨ ਹੈ, ਸਭ ਦੇ ਅੰਦਰ ਉਹ ਪਤੀ ਪਰਮੇਸ਼ਰ ਉਹ ਹਾਜ਼ਰ ਹੈ, ਪਰ ਮੇਰੇ ਨੇਤਰਾਂ ਨਾਲ ਉਹ ਮੈਨੂੰ ਨਹੀਂ ਦਿਸਦਾ। ਪਰ ਕੇ ਵੇ ਕੇ ਪਰਮਾਤਮਾ ਪਤੀ ਸਭ ਦੇ ਅੰਦਰ ਹੈ, ਮੇਰੀ ਹਿਰਦੇ ਰੂਪੀ ਸੇਜ ਤੇ ਵੀ ਹੈ, ਪਰ ਨਜ਼ਰ ਨਹੀਂ ਆਉਂਦਾ। ਇਸ ਦੁੱਖੜੇ ਨੂੰ ਮੈਂ ਕਿਹਦੇ ਕੋਲ ਆਖਾਂ? ਇਹ ਦੁੱਖ ਕਾਸਿਓ ਕਹੂੰ ਰੇ, ਇਹ ਦੁੱਖ ਮੈਂ ਕਿਹਨੂੰ ਦੱਸਾਂ? ਬਾਪ ਸਾਵਕਾ ਕਰੈ ਲੜਾਈ, ਮਾਇਆ ਸਦ ਮਤਵਾਰੀ। ਮੇਰਾ ਜਿਹੜਾ ਹੈ ਮਤਰਿਆ ਪਿਤਾ ਹਉਮੈ ਜਿਹੜਾ ਮੇਰੇ ਨਾਲ ਲੜਾਈ ਕਰਦਾ ਹੈ। ਬਾਪ ਸਾਵਕਾ ਸੁਤੇਲਾ ਜਿਹੜਾ ਪਿਓ ਹੈ, ਉਹ ਹਉਮੈ ਜਿਹੜੀ ਹੈ, ਬਾਪ ਸਾਵਕਾ ਹਉਮੈ ਨੂੰ ਕਿਹਾ ਹੈ। ਇਹ ਹਉਮੈ ਮੇਰੇ ਨਾਲ ਲੜਾਈ ਜਿਹੜੀ ਕਰਦਾ ਹੈ, ਹਉਮੈ ਤੇ ਮੇਰੀ ਮਾਂ ਤ੍ਰਿਸ਼ਨਾ ਜਿਹੜੀ ਹੈ ਮਾਇਆ, ਇਹ ਮਾਂ ਜਿਹੜੀ ਤ੍ਰਿਸ਼ਨਾ ਹੈ ਹਮੇਸ਼ਾ ਦੀ ਨਸ਼ਾ ਹੀ ਰਹਿੰਦੀ ਹੈ, ਮਤਵਾਲੀ ਰਹਿੰਦੀ ਹੈ। ਤ੍ਰਿਸ਼ਨਾ ਨਸ਼ੇ ਵਿੱਚ ਹੈ ਇਸ ਮਾਇਆ ਦੇ। ਇਹ ਤ੍ਰਿਸ਼ਨਾ ਹੋਰ 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 ਮੰਗਦੀ ਹੈ, ਇਸੇ ਨਸ਼ੇ ਵਿੱਚ ਹੀ ਹੈ, ਸਦਾ ਹੀ ਮਤਵਾਲੀ ਬਣੀ ਰਹਿੰਦੀ ਹੈ। ਵੱਡੇ ਭਾਈ ਕੈ ਜਬ ਸੰਗ ਹੋਤੀ, ਤਬ ਹੋ ਨਹਾ ਪਿਆਰੀ। ਜਦ ਮੈਂ ਆਪਣੇ ਵੱਡੇ ਵੀਰ ਧਿਆਨ ਨਾਲ ਰਹਿੰਦੀ ਸਾਂ, ਵੱਡੇ ਵੀਰ ਦੇ ਨਾਲ, ਆਪਣੇ ਵੱਡੇ ਵੀਰ ਦੇ ਨਾਲ ਭਾਵ ਉਸ ਪਰਮਾਤਮਾ ਦੇ ਧਿਆਨ ਵਿੱਚ ਜਦੋਂ ਰਹਿੰਦੀ ਸਾਂ, ਤੇ ਫਿਰ ਉਦੋਂ ਮੈਂ ਆਪਣੇ ਭਰਤੇ ਦੀ ਨਾਹ ਪ੍ਰਭੂ ਦੀ ਪਿਆਰੀ ਹੁੰਦੀ ਸੀ। ਮਾਂ ਦੇ ਪੇਟ ਵਿੱਚ ਜਦੋਂ ਮੇਰੀ ਸੁਰਤ ਉਸ ਪਰਮਾਤਮਾ ਨਾਲ ਜੁੜੀ ਹੋਈ ਸੀ, ਤੇ ਮੈਂ ਉਸ ਟਾਈਮ ਉਸ ਭਰਤੇ ਦੀ, ਉਸ ਪਤੀ ਦੀ ਲਾਡਲੀ ਸਾਂ, ਮੈਨੂੰ ਪਿਆਰੀ ਸੀ, ਪਿਆਰ ਕਰਦਾ ਸੀ ਉਹ।
कहत कबीर पंच को चगरा, झगरत जन्म गवाया। कबीर जी कहते हैं कि पंज जड़े मंदे विषे, ये विषय वेग जड़े मेरे नाल झगड़ते हैं, पंज विकार जड़े काम क्रोध लोभ मोह हंकार जड़े हैं, ये मेरे नाल झगड़ा करते हैं ਅਤੇ ਝਗੜੇ ਚਾਂਬੇ ਵਿੱਚ ਹੀ ਮੇਰਾ ਜੀਵਨ ਬਰਬਾਦ ਹੋ ਰਿਹਾ। ਭਾਵ ਇਸੇ ਝਗੜੇ ਦੇ ਵਿੱਚ ਹੀ ਮੇਰਾ ਜੀਵਨ ਅਜਾਈ ਜਾ ਰਿਹਾ ਹੈ। ਝਗੜਤ ਜਨਮ ਗਵਾਇਆ, ਜਨਮ ਗਵਾਉਣ ਦਾ ਮਤਲਬ ਹੈ ਜੀਵਨ ਦਾ ਸਮਾਂ ਇਵੇਂ ਗਵਾਚ ਗਿਆ ਇਹਨਾਂ ਝਗੜਿਆਂ ਵਿੱਚ। ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ। ਇਸੇ ਝਗੜੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਝਗੜੇ ਵਿੱਚ ਹੀ ਮੇਰੇ ਜੀਵਨ ਦਾ ਜਿਹੜਾ ਸਮਾਂ ਹੈ ਉਹ ਨਸ਼ਟ ਹੋ ਰਿਹਾ ਹੈ, ਬਰਬਾਦ ਹੋ ਰਿਹਾ ਹੈ। ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਬੀਰ ਜੀ ਕਹਿੰਦੇ ਹਨ ਕਿ ਜਿਹੜੀ ਇਹ ਝੂਠੀ ਮਾਇਆ ਹੈ, ਕੂੜੀ ਮੋਹਣੀ ਨੇ ਸਾਰੇ ਜਹਾਨ ਨੂੰ ਜਕੜਿਆ ਹੋਇਆ ਹੈ। ਸੰਸਾਰ ਦੇ ਲੋਕਾਂ ਨੂੰ ਇਹ ਮਾਇਆ ਨੇ, ਮਾਇਆ ਨਾਲ ਪਿਆਰ ਕਰਦੇ ਨੇ ਤੇ ਇਹ ਦੁੱਖ ਦਿੰਦੀ ਹੈ। ਇਸੇ ਮਾਇਆ ਦੇ ਅੰਦਰ ਹੀ, ਮੋਹ ਦੇ ਅੰਦਰ ਹੀ ਬੱਝਾ ਪਿਆ ਸਾਰਾ ਸੰਸਾਰ। ਪਰੰਤੂ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਪ੍ਰਭੂ ਨੂੰ ਚੇਤੇ ਕਰਨ ਦੇ ਦੁਆਰਾ, ਮੈਂ ਰਾਮ ਰਮਤ ਉਸ ਪਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਨ ਦੇ ਦੁਆਰਾ ਮੈਂ ਜਿਹੜਾ ਹੈ ਆਰਾਮ ਪ੍ਰਾਪਤ ਕਰ ਲਿਆ ਹੈ। ਮੈਂ ਟਿਕਾਊ ਵਾਲੀ ਅਵਸਥਾ ਹਾਸਲ ਕਰ ਲਈ ਹੈ ਤੇ ਮੈਂ ਹੁਣ ਸੁਖੀ ਜੀਵਨ ਬਤੀਤ ਕਰ ਰਿਹਾ। ਆਸਾ ਕਬੀਰ ਜੀਓ हम कर सूत तनय नित ताना, कंठ जनेऊ तुम्हारे। तुम तो वेद पढ़ो गायत्री, गोविंद हृदय हमारे। मेरी जीवा विष्णु नैन नारायण, हृदय बसै गोबिंदा। जम द्वार जब पूछस बवरे, तब क्या कैस मुकंदा। रहाओ हम गुरु तुम ग्वार गुसाई, जन्म जन्म रखवारे। कबहू न पार उतार चरायो, कैसे खसम हमारे। तू बामण मैं कौशिक जुलाहा, बूझो मोर ज्ञाना। तुम तो जाचे भूपत राजे, हर्षो मोर तिहाना। तू बामण मैं कौशिक जुलाहा, बूझो मोर ज्ञाना। तुम तो जाचे भूपत राजे, हर्षो मोर तिहाना। वाहिगुरु जी का खालसा, वाहिगुरु जी की फतेह। गुरु रूप साध संगत जीओ, अज दा जिहड़ा शब्द है विचार करन वास्ते आया है, ये शब्द भगत कबीर जी दा है। आसा राग विच भगत जी सानू ये शब्द सिक्ख्या दे रहे हैं कि हम कर सूत तनय नित ताना, कंठ जनेऊ तुम्हारे।
ਇਹ ਗੱਲਾਂ ਉਸ ਪੁਜਾਰੀ ਬ੍ਰਾਹਮਣ ਦੇ ਨਾਲ ਸਿੱਧੀਆਂ ਨੇ। ਉਸ ਦੇ ਰੀਤੀ ਰਿਵਾਜ ਨੂੰ ਕਟਾਕਸ਼ ਹੈ, ਜੋ ਕਰਮਕਾਂਡੀ ਹੈ, ਉਸ ਨੂੰ ਕਬੀਰ ਜੀ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੇ ਝੱਲੇ ਬ੍ਰਾਹਮਣ, ਜੇ ਤੂੰ ਇਸ ਕਰਕੇ ਆਪਣੀ ਉੱਚੀ ਜਾਤ ਦਾ ਮਾਣ ਕਰਦਾ ਹੈ ਕਿ ਮੇਰੇ ਗਲ ਵਿੱਚ ਸੂਤਰ ਜਨੇਊ ਹੈ, ਸੂਤਰ ਦਾ ਕੰਠ ਜਨੇਊ ਤੁਮਾਰੇ, ਬਈ ਤੇਰੇ ਗਲ ਵਿੱਚ ਜਨੇਊ ਜਿਹੜਾ ਪਾਇਆ ਹੈ ਉਹ ਸੂਤਰ ਦਾ ਪਾਇਆ ਹੋਇਆ। ਭਾਈ ਜੇ ਤੂੰ ਇਸ ਗੱਲ ਦਾ ਮਾਣ ਕਰਦਾ ਹੈ ਕਿ ਸਾਡੇ ਗਲ 'ਚ ਜਨੇਊ ਹੈ, ਤੇ ਵੇਖ ਭਾਈ ਉਹ ਜਿਹਾ ਹੀ ਸਾਰੇ ਘਰ ਬਥੇਰਾ ਸੂਤਰ ਪਿਆ ਹੈ ਸਾਡੇ ਘਰ 'ਚ। ਜਿਵੇਂ ਦਾ ਸੂਤਰ ਤੂੰ ਆਪਣੇ ਗਲ 'ਚ ਪਾਇਆ ਹੈ, ਇਹੋ ਜਿਹਾ ਸੂਤਰ ਤੇ ਮੇਰੇ ਘਰ ਵਿੱਚ ਬਹੁਤ ਹੈ, ਜਿਸ ਨਾਲ ਅਸੀਂ ਰੋਜ਼ ਤਾਣਾ ਖੱਡੀ ਦਾ ਬੁਣਦੇ ਹਾਂ। ਭਾਈ ਇਸ ਗੱਲ ਦਾ ਮਾਣ ਕਾਹਦਾ? ਤੁਮ ਤੋ ਵੇਦ ਪੜੋ ਗਾਇਤਰੀ, ਗੋਬਿੰਦ ਹਿਰਦੈ ਹਮਾਰੇ। ਹੁਣ ਦੂਜਾ ਕਹਿੰਦੇ ਕਬੀਰ ਜੀ ਕਿ ਤੇਰਾ ਵੇਦ ਆਦਿਕ ਪੜ੍ਹਨ ਦਾ ਮਾਣ ਜਿਹੜਾ ਹੈ ਇਹ ਵੀ ਝੂਠਾ ਹੈ, ਕੂੜਾ ਹੈ। ਕਿਉਂ ਝੂਠਾ ਹੈ? ਕਿਉਂਕਿ ਤੁਸੀਂ ਤਾਂ ਵੇਦ ਗਾਇਤਰੀ ਮੰਤਰ ਨਿਰੇ ਜੀਵ ਨਾਲ ਹੀ ਉਚਾਰਦੇ ਹੋ। ਤੁਮ ਤੋਂ ਵੇਦ ਪੜੋ ਗਾਇਤਰੀ, ਜੀਵ ਨਾਲ ਪੜ੍ਹ ਕੇ ਦੂਜਿਆਂ ਨੂੰ ਸੁਣਾਉਂਦੇ ਹੋ, ਪਰ ਪਰਮਾਤਮਾ ਮੇਰੇ ਹਿਰਦੇ ਵਿੱਚ ਵਸਦਾ ਹੈ। ਜਿਹੜਾ ਪਰਮਾਤਮਾ ਹੈ ਮੇਰੇ ਤੇ ਹਿਰਦੇ ਵਿੱਚ ਪਰਮਾਤਮਾ, ਤੁਸੀਂ ਤੇ ਜੀਵ ਨਾਲ ਖਾਲੀ ਬੋਲਦੇ ਹੋ। ਭਾਈ ਕਾਹਦਾ ਮਾਣ ਕਰਦੇ ਹੋ? ਪੁਜਾਰੀ ਨੂੰ ਇਹ ਕਟਾਕਸ਼ ਹੈਗਾ ਹੈ ਕਿ ਤੁਸੀਂ ਮਾਣ ਕਾਹਦਾ? ਸੂਤਰ ਦਾ ਮਾਣ, ਵੇਦ ਗਾਇਤਰੀ ਦਾ ਮਾਣ। ਸਾਡੇ ਤੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ। ਮੇਰੀ ਜੀਵਾ ਬਿਸ਼ਨ ਨੈਣ ਨਰਾਇਣ, ਹਿਰਦੈ ਬਸੈ ਗੋਬਿੰਦਾ। हे ਕਮਲੇ ਬ੍ਰਾਹਮਣ ਪੁਜਾਰੀ, ਪ੍ਰਭੂ ਜੀ ਮੇਰੀ ਤਾਂ ਜੀਵ ਉੱਤੇ ਹਨ, ਮੇਰੀਆਂ ਅੱਖਾਂ ਵਿੱਚ ਵੀ ਪ੍ਰਭੂ ਹੈ, ਮੇਰੇ ਦਿਲ ਵਿੱਚ ਵੀ ਪ੍ਰਭੂ ਵਸ ਰਿਹਾ ਹੈ। ਜਮ ਦੁਆਰ ਜਬ ਪੂਛਸ ਬਵਰੇ, ਤਬ ਕਿਆ ਕੈਸ ਮੁਕੰਦਾ। हे ਬ੍ਰਾਹਮਣ, ਪਰ ਤੈਨੂੰ ਜਦੋਂ ਜਮਰਾਜ ਧਰਮਰਾਜ ਜਦੋਂ ਲੇਖਾ ਕਰਦਾ ਨਾ, ਉਹਦੀ ਹਜ਼ੂਰੀ ਵਿੱਚ ਪਹੁੰਚੇਗਾ ਤੇ ਉਹ ਤੇਰੇ ਕੋਲੋਂ ਪੁੱਛੇਗਾ, ਪੁੱਛ ਗਿੱਛ ਹੋਏਗੀ, ਤਾਂ ਤੂੰ ਕੀ ਉੱਤਰ ਦੇਂਗਾ? ਤੂੰ ਤੇ ਬਾਹਰ ਲੋਕਾਂ ਨੂੰ ਸੁਣਾ ਰਿਹਾ ਹੈ, ਧਨ ਇਕੱਠਾ ਕਰ ਰਿਹਾ ਹੈ, ਤੇ ਕੀ ਜਵਾਬ ਦੇਂਗਾ? ਤੇ ਕੀ ਕਰਦਾ ਰਿਹਾ ਹੈ? ਉਹ ਪੁੱਛੇਗਾ ਤੈਨੂੰ, ਉਹ ਤੈਨੂੰ ਪੁੱਛੇਗਾ। ਤਬ ਕਿਆ ਕੈਸ ਮੁਕੰਦਾ, ਮੁਕੰਦ ਪ੍ਰਭੂ ਨੂੰ ਕੀ ਆਖੇਗਾ? ਪਰ ਇਹ ਸਾਰੀ ਜ਼ਿੰਦਗੀ ਤੂੰ ਕੀ ਕਰਦਾ ਰਿਹਾ ਹੈ? ਸਾਰੀ ਉਮਰ ਤੂੰ ਕਿਵੇਂ ਬਿਤਾਈ ਹੈ? ਦੱਸ ਫਿਰ। ਤੂੰ ਲੋਕਾਂ ਨੂੰ ਪੜ੍ਹ ਕੇ ਸੁਣਾ ਰਿਹਾ ਹੈ ਬਸ। ਹਮ ਗੁਰੂ ਤੁਮ ਗਵਾਰ ਗੁਸਾਈ, ਜਨਮ ਜਨਮ ਰਖਵਾਰੇ, ਕਬਹੂ ਨ ਪਾਰ ਉਤਾਰ ਚਰਾਏ, ਕੈਸੇ ਖਸਮ ਹਮਾਰੇ। ਅਗਲੀ ਗੱਲ ਕਰਦੇ ਹਨ ਕਬੀਰ ਜੀ, ਕਹਿੰਦੇ ਹਨ ਕਿ ਕਈ ਜਨਮਾਂ ਤੋਂ ਗੋਰੂ ਮਨਾ ਗਾਈਆਂ, ਤੇ ਗਵਾਰ ਉਹ ਗਵਾਲਾ ਜਿਹੜਾ ਗਾਈਆਂ ਦਾ ਮਾਲਕ ਹੁੰਦਾ ਹੈ। ਜਨਮ ਜਨਮ ਭਾਵ ਬੜੇ ਚਿਰ ਤੋਂ ਹੀ, ਕਈਆਂ ਜਨਮਾਂ ਤੋਂ ਭਾਵ ਬੜੇ ਚਿਰਾਂ ਤੋਂ ਤੁਸੀਂ ਲੋਕ, ਪੁਜਾਰੀ ਲੋਕ, ਬ੍ਰਾਹਮਣ ਲੋਕ ਸਾਡੇ ਰਾਖੇ ਬਣੇ ਹੋਏ ਹਨ। ਕਹਿੰਦੇ ਨੇ ਇਹ ਮੰਤਰ ਪੜਾਂਗੇ ਤੇ ਇਹ ਤੁਹਾਨੂੰ ਫਾਇਦਾ ਹੋ ਜਾਏਗਾ।
ਇਹ ਮੰਤਰ ਪੜਾਂਗੇ ਤੁਹਾਡਾ ਇਹ ਭਲਾ ਹੋ ਜਾਏਗਾ। ਇਸ ਤਰ੍ਹਾਂ ਤੁਹਾਡੇ ਗ੍ਰਹਿ ਉਤਰ ਜਾਣਗੇ। ਤੁਸੀਂ ਮਾਲਕ ਬਣੇ ਹੋਏ ਸਾਡੇ। ਫਿਰ ਅਸੀਂ ਤੇ ਗਊਆਂ ਵਾਂਗ ਤੁਹਾਡੇ ਆਖੇ ਲੱਗ ਜਾਂਦੇ ਹਾਂ, ਜਿਵੇਂ ਤੁਸੀਂ ਕਹਿੰਦੇ ਹੋ। ਔਰ ਚਿਰਾਂ ਤੋਂ ਐਸਾ ਹੋ ਰਿਹਾ ਹੈ, ਬਹੁਤ ਸਮਾਂ ਨਿਕਲ ਗਿਆ। ਸਾਡੇ ਪੁਰਖਿਆਂ ਤੋਂ ਲੈ ਕੇ, ਵਡੇਰਿਆਂ ਤੋਂ ਲੈ ਕੇ, ਕਈਆਂ ਪੁਸ਼ਤਾਂ ਤੋਂ ਲੈ ਕੇ ਤੁਸੀਂ ਸਾਨੂੰ ਇਹੀਓ ਕੁਝ ਕਹਿ ਰਹੇ ਹੋ ਕਿ ਅਸੀਂ ਤੁਹਾਡੇ ਰਖਵਾਲੇ ਹਾਂ। ਤੁਸੀਂ ਸਾਡੇ ਖਸਮ ਗਵਾਲੇ ਬਣੇ ਹੋਏ ਹੋ। ਜਿਵੇਂ ਉਹ ਗਵਾਲਾ ਗਾਈਆਂ ਦਾ ਮਾਲਕ ਹੁੰਦਾ ਹੈ, ਗਾਈਆਂ ਨੂੰ ਪਾਲਣ ਵਾਲਾ ਹੁੰਦਾ ਹੈ, ਉਸੇ ਤਰ੍ਹਾਂ ਅਸੀਂ ਗਾਈਆਂ ਰੂਪ ਜੀਵਾਂ ਦੇ ਰਖਵਾਲੇ ਬਣੇ ਹੋਏ ਹੋ। ਪਰ ਕਬਹੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਪਰ ਤੁਸੀਂ ਹੁਣ ਤੱਕ ਨਕਾਰੇ ਹੀ ਸਾਬਤ ਹੋਏ ਹੋ। ਮਾਲਕ ਤੇ ਬਣੇ ਹੋਏ ਹੋ, ਬਿਲਕੁਲ ਨਕਾਰੇ ਬਣੇ ਹੋਏ ਹੋ। ਤੁਸਾਂ ਕਦੇ ਵੀ ਸਾਨੂੰ ਨਦੀਆਂ ਪਾਰ ਨਹੀਂ ਕੀਤਾ। ਕਿਹੜੀ ਨਦੀ? ਸੰਸਾਰ ਸਮੁੰਦਰ ਦੀ ਨਦੀ, ਸੰਸਾਰ ਭਵਜਲ ਨਦੀ ਤੋਂ ਸਾਨੂੰ ਪਾਰ ਨਹੀਂ ਕੀਤਾ। ਭਾਵੇਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਹੀਂ ਸਾਨੂੰ ਦਿੱਤੀ ਵੀ ਸੰਸਾਰ ਭਵਜਲ ਕਿਵੇਂ ਤਰਿਆ ਜਾਣਾ। ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ, ਕਿਹੋ ਜਿਹੇ ਖਸਮ ਹੋ ਤੁਸੀਂ, ਮਾਲਕ ਬਣੇ ਹੋ। ਸਾਨੂੰ ਦੱਸਿਆ ਹੀ ਨਹੀਂ ਸੰਸਾਰ ਸਮੁੰਦਰ ਕਿਵੇਂ ਪਾਰ ਲੰਘਣਾ ਹੈ। ਅਗਲੀ ਗੱਲ ਹੋਰ ਕਰਦੇ ਨੇ, ਕਹਿੰਦੇ ਤੂੰ ਬਾਮਣ ਮੈਂ ਕਾਸ਼ਿਕ ਜੁਲਾਹਾ, ਬੂਝੋ ਮੋਰ ਗਿਆਨਾ। ਤੁਮ ਤੋ ਜਾਂਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਕਹਿੰਦਾ ਠੀਕ ਹੈ ਕਿ ਤੂੰ ਕਾਂਸੀ ਦਾ ਬ੍ਰਾਹਮਣ ਹੈ, ਭਾਵ ਤੈਨੂੰ ਮਾਣ ਹੈ ਆਪਣੀ ਵਿਦਿਆ ਦਾ। ਤੂੰ ਬ੍ਰਾਹਮਣ ਹੈ, ਵਿਦਿਆ ਦਾ ਮਾਣ ਹੈ ਤੈਨੂੰ, ਤੇ ਤੂੰ ਕਾਂਸੀ ਵਿੱਚ ਜੋ ਹਾਸਲ ਕੀਤੀ ਹੋਈ ਹੈ। ਕਾਂਸੀ ਇੱਕ ਨਾ ਪੜ੍ਹੇ ਲਿਖਿਆਂ ਦੀ ਨਗਰੀ ਦਾ ਨਾਮ ਹੈ, ਵਿਦਵਾਨਾਂ ਦੀ, ਵੇਦਾਂ ਦੀ ਸਭ ਤੋਂ ਗਿਆਨਵਾਨ ਉੱਥੇ ਰਹਿੰਦੇ ਸਨ। ਕਾਂਸੀ ਦਾ ਜੁਲਾਇਆ ਹੈ, ਕਾਂਸੀ ਤੋਂ ਗਿਆਨ ਪੜ੍ਹ ਕੇ ਤੂੰ ਆਇਆ, ਠੀਕ ਹੈ। ਤੇ ਮੈਂ ਤੇ ਜਾਤ ਦਾ ਜੁਲਾਹਾ ਹਾਂ, ਮੈਂ ਤੇ ਛੋਟੀ ਜਾਤ ਹਾਂ, ਜਿਸ ਨੂੰ ਤੁਹਾਡੀ ਵਿਦਿਆ ਪੜ੍ਹਨ ਦਾ ਹੱਕ ਹੀ ਨਹੀਂ ਹੈਗਾ। ਸਾਨੂੰ ਤੇ ਵਿਦਿਆ ਪੜ੍ਹਨ ਦਾ ਹੱਕ ਹੀ ਨਹੀਂ। ਤੂੰ ਕਾਂਸੀ ਦਾ ਜੁਲਾਇਆ ਵੀ ਹੈ, ਠੀਕ ਹੈ। ਤੁਮ ਤੋ ਜਾਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਪਰ ਕਹਿੰਦੇ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਜਰਾ ਧਿਆਨ ਨਾਲ। ਤੁਸੀਂ ਪੜ੍ਹੇ ਲਿਖੇ ਹੋ, ਠੀਕ ਹੈ, ਕੋਈ ਗੱਲ ਨਹੀਂ, ਮੈਨੂੰ ਪੜ੍ਹਨ ਦਾ ਅਖਤਿਆਰ ਨਹੀਂ ਹੈਗਾ, ਕੋਈ ਗੱਲ ਨਹੀਂ, ਪਰ ਮੇਰੀ ਗੱਲ ਤੇ ਵਿਚਾਰ ਕਰੋ। ਇੱਕ ਵਿਚਾਰ ਇਹ ਕਰੋ ਕਿ ਵਿਦਿਆ ਪੜ੍ਹ ਕੇ ਤੁਸੀਂ ਆਖਰਕਾਰ ਕੀ ਕਰਦੇ ਹੋ? ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਤੇ ਬਣੇ ਰਹਿੰਦੇ ਹੋ। ਇੰਨੀ ਵਿਦਿਆ ਪੜ੍ਹ ਕੇ ਵੀ ਮੰਗਤੇ ਬਣੇ ਰਹਿੰਦੇ ਹੋ। ਤੁਮ ਤੋਂ ਜਾਂਚੇ, ਜਾਚਨਾ ਕਰਦੇ ਹੋ, ਮੰਗਤਾਪੁਣਾ ਕਰਦੇ ਹੋ, ਅਰਜ਼ੋਈਆਂ ਕਰਦੇ ਹੋ, ਰਾਜਿਆਂ ਦੇ ਦਰਵਾਜ਼ੇ ਤੇ ਜਾ ਕੇ ਮੰਗਦੇ ਹੋ, ਮੰਗਦੇ ਫਿਰਦੇ ਹੋ। ਪੜ੍ਹਾਈ ਪੜ੍ਹੀ, ਵੇਦ ਪੜ੍ਹੇ, ਸ਼ਾਸਤਰ ਪੜ੍ਹੇ, ਤੇ ਮੰਗਦੇ ਹੋ ਰਾਜਿਆਂ ਦੇ ਬੂਹਾਂ ਤੇ ਜਾ ਕੇ। ਤੇ ਮੇਰੀ ਸੂਰਤ ਵਿੱਚ, ਮੇਰੀ ਤੇ ਸੁਰਤ ਜਿਹੜੀ ਹੈ, ਮੇਰੀ ਤੇ ਬੁੱਧ ਅਕਲ ਜਿਹੜੀ, ਉਹ ਪਰਮਾਤਮਾ ਨਾਲ ਜੁੜੀ ਹੋਈ ਹੈ। ਤੁਸੀਂ ਇੰਨੀ ਵਿਦਿਆ ਪੜ੍ਹ ਕੇ ਵੀ ਉਸ ਪਰਮਾਤਮਾ ਨਾਲ ਨਹੀਂ ਜੁੜਦੇ। ਤੁਸੀਂ ਤੇ ਰਾਜਿਆਂ ਦੇ ਮੰਗਤੇ ਬਣ ਗਏ ਭਾਈ। ਤੇ ਮੇਰੀ ਬੁੱਧ ਤੇ ਇਹ ਮੇਰੀ ਬੁੱਧ ਜਿਹੜੀ ਅਕਲ ਹੈ, ਉਸ ਮਾਲਕ ਨਾਲ ਜੁੜੀ ਹੋਈ, ਤੇ ਤੁਸੀਂ ਫਿਰ ਮੰਗਤੇ ਦੇ ਮੰਗਤੇ ਰਹਿ ਗਏ। ਤੁਮ ਤੋ ਜਾਂਚੇ ਭੂਪਤ ਰਾਜੇ, ਹਰ ਸੋ ਮੋਰ ਧਿਆਨਾ। ਮੇਰਾ ਧਿਆਨ ਉਸ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਸੋ ਇਹ ਹੈ
ਜੋ ਅਗਿਆਨਤਾ ਦਾ ਹਨੇਰਾ ਹਟਾਉਣ ਵਾਸਤੇ ਕਬੀਰ ਜੀ ਨੇ ਸਾਨੂੰ ਇਹ ਸ਼ਬਦ ਬਖਸ਼ਿਆ ਹੈ, ਇਹ ਆਪਣੇ ਆਪਣੇ ਹਿਰਦੇ ਦੀ ਝੋਲੀ ਵਿੱਚ, ਆਪਣੇ ਮਸਤਕ ਦੀ, ਆਪਣੇ ਸੁਰਤ ਦੀ ਝੋਲੀ ਵਿੱਚ ਪਾ ਕੇ ਰੱਖ ਲੈਣਾ। ਵਾਹਿਗੁਰੂ ਬਖਸ਼ਿਸ਼ ਕਰੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।